ਦੋਸਤੋ ਤੁਹਾਡਾ ਸਾਰਿਆਂ ਦਾ ਜਿੱਥੇ ਮੀਡੀਆ ਦਾ ਸਵਾਗਤ ਹੈ ਜੀ। ਅੱਜ ਇੱਕ ਬੜਾ ਅਹਿਮ ਪ੍ਰੋਗਰਾਮ ਜਿਹੜਾ ਆਲ ਇੰਡੀਆ ਕਿਸਾਨ ਕਾਂਗਰਸ ਕਰਨ ਜਾ ਰਹੀ ਆ 9 ਦਸੰਬਰ ਨੂੰ ਜੰਤਰ ਮੰਤਰ ਵਿਖੇ ਅਸੀਂ ਇੱਕ ਬਹੁਤ ਵੱਡਾ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹੱਕ ਵਿੱਚ। ਇਸ ਦੀ ਨੌਬਤ ਇਸ ਲਈ ਆਈ ਕਿਉਂਕਿ ਜਦੋਂ ਸੰਯੁਕਤ ਕਿਸਾਨ ਮੋਰਚੇ ਦਾ ਅੰਦੋਲਨ ਖਤਮ ਕੀਤਾ 2021 ਵਿੱਚ ਬੀਜੇਪੀ ਦੀ ਸਰਕਾਰ ਨੇ ਤਾਂ ਉਹਦੇ 'ਚ ਬੜੇ ਪੁਖਤਾ ਵਾਅਦੇ ਕੀਤੇ ਸੀਗੇ ਕਿਸਾਨ ਜਥੇਬੰਦੀਆਂ ਨਾਲ ਕਿ ਅਸੀਂ ਆ ਤੁਹਾਡੇ ਸਾਰੇ ਵਾਅਦੇ ਜਿਹੜੇ ਅਸੀਂ ਲਾਗੂ ਕਰਾਂਗੇ ਤੇ ਤੁਸੀਂ ਅੰਦੋਲਨ ਕਿਰਪਾ ਕਰਕੇ ਚੱਕ ਲਿਓ ਕਿ ਯੂਪੀ ਦੀ ਇਲੈਕਸ਼ਨ ਆ ਰਹੀ ਸੀਗੀ, ਬੀਜੇਪੀ ਬਹੁਤ ਵਰੇਡ ਸੀਗੀ ਤਾਂ ਕਿਸਾਨਾਂ ਨੇ ਉਹਨਾਂ ਤੇ ਭਰੋਸਾ ਕਰਕੇ ਅੰਦੋਲਨ ਚੱਕ ਲਿਆ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਵਾ ਸਾਲ ਬੀਤਣ ਤੋਂ ਬਾਅਦ ਜਿਹੜਾ ਐਡਾ ਲੰਬਾ ਕਿਸਾਨ ਅੰਦੋਲਨ ਚੱਲਿਆ ਜਿਹਦੇ 600-700 ਕਿਸਾਨ ਜਿਹੜੇ ਸੀਗੇ ਉਹਨਾਂ ਨੇ ਆਪਣੀ ਜਾਨਾਂ ਗਵਾਈਆਂ, ਲੇਕਿਨ ਇਹ ਸਵਾ ਸਾਲ ਤੋਂ ਬਾਅਦ ਕੋਈ ਵੀ ਉਹਨਾਂ ਦੀ ਜਿਹੜੀ ਮੰਗ ਸੀਗੀ ਉਹ ਪੁਖਤਾ ਲਾਗੂ ਨਹੀਂ ਕੀਤੀ ਗਈ ਪ੍ਰੋਪਰਲੀ। ਮੈਂ ਤੁਹਾਨੂੰ ਕੋਈ 8-9 ਨੁਕਤੇ ਗਿਣਾਉਣੇ ਨੇ। ਕੁਝ ਕਿਸਾਨ ਅੰਦੋਲਨ ਦੇ ਜਿਹੜੇ ਨੁਕਤੇ ਸੀ ਉਹ ਵੀ ਕੁਝ ਨਵੇਂ ਨੁਕਤੇ ਵੀ ਨੇ ਜਿਹੜਾ ਅਸੀਂ ਆਲ ਇੰਡੀਆ ਕਿਸਾਨ ਕਾਂਗਰਸ ਆਉਣ ਵਾਲੇ ਸਮੇਂ 'ਚ 2024 ਦੇ ਜਿਹੜਾ ਸਾਡਾ ਇਲੈਕਸ਼ਨ ਮੈਨੀਫੈਸਟੋ ਬਣੇਗਾ ਕਾਂਗਰਸ ਪਾਰਟੀ ਦਾ ਉਹਦੇ 'ਚ ਅਸੀਂ ਕੋਸ਼ਿਸ਼ ਕਰਕੇ ਉਹ ਇਨਕਲੂਡ ਕਰਾਵਾਂਗੇ ਤਾਂ ਕਿ ਦੇਸ਼ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਨਾਲ ਜਿਹੜਾ ਹੈ ਉਹ ਠੋਸ ਵਾਅਦੇ ਕੀਤੇ ਜਾ ਸਕਣ। ਸੋ ਪਹਿਲਾ ਨੁਕਤਾ ਜਿਹੜਾ ਸਭ ਤੋਂ ਵੱਡਾ ਜਿਹਦੇ ਕਰਕੇ ਕਿਸਾਨ ਹਤਾਸ਼ ਹੈ, ਜਿਹਦੇ ਕਰਕੇ ਕਿਸਾਨ ਸਾਰੇ ਦੇਸ਼ ਦਾ ਕਰਜ਼ਈ ਆ, ਜਿਹਦੇ ਕਰਕੇ ਕਿਸਾਨ ਆਤਮ ਹੱਤਿਆ ਕਰ ਰਿਹਾ ਸਾਰੇ ਦੇਸ਼ ਵਿੱਚ, ਉਹ ਸੀਗਾ ਮਿਨੀਮਮ ਸਪੋਰਟ ਪ੍ਰਾਈਸ ਦਾ। ਤੁਹਾਨੂੰ ਸਭ ਨੂੰ ਪਤਾ ਕਿ ਮੋਦੀ ਸਾਹਿਬ ਦੀ ਸਰਕਾਰ ਨੇ ਕਿਹਾ ਕਿ ਅਸੀਂ MSP ਲਾਗੂ ਕਰਾਂਗੇ ਸਾਰੇ ਦੇਸ਼ ਵਿੱਚ, ਔਰ ਜਦੋਂ ਕਮੇਟੀ ਬਣਾਈ ਉਹਦੇ ਵਿੱਚ ਕਿਸੇ ਵੀ ਪਾਏਦਾਰ ਕਿਸਾਨ ਜਥੇਬੰਦੀ ਨੂੰ ਮੈਂਬਰ ਹੀ ਨਹੀਂ ਰੱਖਿਆ ਗਿਆ। ਮਿਸਟਰ ਸੰਜੇ ਅਗਰਵਾਲ ਜਿਹੜੇ ਰਿਟਾਇਰਡ ਐਗਰੀਕਲਚਰ ਸੈਕਟਰੀ ਸੀਗੇ, ਜਿਹੜੇ ਬਾਬੂ ਲੋਕ ਆ ਜਿਹੜੇ ਦਿੱਲੀ ਬੈਠੇ AC ਕਮਰਿਆਂ 'ਚ ਰਹਿੰਦੇ ਸਾਰੀ ਜ਼ਿੰਦਗੀ, ਉਹਨਾਂ ਨੂੰ ਬਣਾ ਕੇ ਚੇਅਰਮੈਨ ਤੇ ਬਣਾ ਦਿੱਤਾ ਜੀ ਕਿ ਅਸੀਂ ਫਰਜ਼ੀ ਜੇ ਕਿਸਾਨ ਜਥੇਬੰਦੀਆਂ ਜਿਹੜੀ ਬੀਜੇਪੀ ਦੇ ਨਾਲ ਸੀਗੀਆਂ ਪਹਿਲਾਂ ਹੀ, ਤੇ ਉਹਨਾਂ ਦੀ ਕਮੇਟੀ ਬਣਾਤੀ ਕਿ MSP ਤੇ ਗੱਲ ਕਰਨਗੇ। ਉਹ 6 ਮਹੀਨੇ ਕਮੇਟੀ ਬਣੀ ਨੂੰ ਵੀ ਹੋ ਗਏ ਨੇ, ਲੇਕਿਨ ਕੁਛ ਨਜ਼ਰ ਨਹੀਂ ਆ ਰਿਹਾ। ਜਦ ਕਿ ਬੀਜੇਪੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਵਿੱਚ 2019 'ਚ ਸਭ ਤੋਂ ਵੱਡਾ ਪ੍ਰੋਮਿਸ ਸੀਗਾ ਕਿ ਅਸੀਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਾਂਗੇ, ਔਰ ਮੋਦੀ ਸਾਹਿਬ ਨੇ ਆਪ ਵਾਅਦਾ ਕੀਤਾ ਕਿ ਅਸੀਂ ਦੇਸ਼ ਵਿੱਚ ਕਿਸਾਨਾਂ ਦਾ 2022 ਤੱਕ ਉਹਨਾਂ ਦੀ ਆਮਦਨ ਜਿਹੜੀ ਦੁੱਗਣੀ ਕਰਾਂਗੇ। ਦੁੱਗਣੀ ਦਾ ਕੀ ਕਰਨੀ ਸੀਗੀ? ਅੱਜ ਸਾਰੇ ਦੇਸ਼ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਕਰਜ਼ੇ ਦੀ ਮਾਰ ਕਰਕੇ ਮਰ ਰਹੇ ਨੇ। ਜਿਹੜਾ ਆਫੀਸ਼ੀਅਲ ਡਾਟਾ ਗਵਰਨਮੈਂਟ ਨੇ ਰਿਲੀਜ਼ ਕੀਤਾ ਉਹਦੇ ਮੁਤਾਬਕ 4 ਲੱਖ ਕਿਸਾਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਤਮ ਹੱਤਿਆ ਕੀਤੀ ਹੈ। ਇਹ ਉਹ ਆ ਜਿਹੜਾ ਸਰਕਾਰੀ ਡਾਟਾ ਵਾ, ਜਦ ਕਿ ਸਾਡਾ ਮੰਨਣਾ ਵਾ ਕਿ ਪੰਜਾਬ ਸਮੇਤ ਹਰਿਆਣਾ ਤਾਮਿਲਨਾਡੂ ਤੱਕ ਬਹੁਤ ਜ਼ਿਆਦਾ ਆਤਮ ਹੱਤਿਆ ਹੋ ਰਹੀਆਂ, ਬਹੁਤ ਜ਼ਿਆਦਾ ਕਰਜ਼ਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ। ਸੋ MSP ਸਵਾਮੀਨਾਥਨ ਕਮੇਟੀ ਦੇ ਜਿਹੜਾ ਫਾਰਮੂਲਾ ਸੀਗਾ C2 + 50% ਫਾਰਮੂਲੇ ਦੇ ਹਿਸਾਬ ਨਾਲ ਲਾਗੂ ਹੋਣਾ ਚਾਹੀਦਾ ਵਾ, ਯਾਨੀ ਕਿ ਜਿੰਨੀ ਕੋਸਟ ਇਨਪੁਟ ਦੀ ਆਵੇਗੀ ਫਸਲਾਂ ਦੇ ਵਿੱਚ ਉਹਨੂੰ ਪੈਦਾ ਕਰਨ ਵਿੱਚ, ਉਹਦੇ ਓਵਰ ਐਂਡ ਅਬਵ 50% ਮੁਨਾਫੇ ਦੇ ਉੱਤੇ ਕਿਸਾਨਾਂ ਨੂੰ MSP ਦਿੱਤੀ ਜਾਵੇਗੀ। ਅਗਰ ਆਪਾਂ ਇਸ ਹਿਸਾਬ ਨਾਲ ਕੈਲਕੂਲੇਟ ਕਰੀਏ ਤਾਂ ਕਣਕ ਦਾ ਭਾਅ ਜਿਹੜਾ ਲਗਭਗ 2000 ਰੁਪਏ ਕੁਇੰਟਲ ਹੈ ਅੱਜ, ਇਹ ਆਲਮੋਸਟ 4000 ਰੁਪਏ ਕੁਇੰਟਲ ਹੋਣਾ ਚਾਹੀਦਾ ਵਾ ਤਾਂ ਕਿ ਕਿਸਾਨਾਂ ਨੂੰ ਰਾਹਤ ਮਿਲ ਸਕੇ। MSP ਨੰਬਰ 1 ਪੁਆਇੰਟ ਜਿਹੜਾ ਕਿ SKM ਨੇ ਵੀ ਆਪਣੇ ਜਿਹੜਾ ਅੰਦੋਲਨ ਵਿੱਚ ਰੱਖਿਆ ਸੀਗਾ। ਕਮੇਟੀ ਅਸੀਂ ਰਿਜੈਕਟ ਕਰ ਚੁੱਕੇ ਹਾਂ। ਸਾਰਾ ਆਪੋਜੀਸ਼ਨ ਪਾਰਟੀਆਂ, ਸਾਰੇ ਕਿਸਾਨ ਜਥੇਬੰਦੀਆਂ, ਇਹ ਕਮੇਟੀ ਦੁਬਾਰਾ ਬਣਨੀ ਚਾਹੀਦੀ MSP ਵਾਲੀ, ਔਰ ਇਹਦੇ 'ਚ ਫੇਅਰ ਰਿਪਰੈਜ਼ੈਂਟੇਸ਼ਨ ਕਿਸਾਨਾਂ ਨੂੰ ਸਾਰਿਆਂ ਨੂੰ ਮਿਲਣੀ ਚਾਹੀਦੀ ਹੈਗੀ ਆ। ਔਰ ਇਸ ਤੋਂ ਇਲਾਵਾ ਜਿਹੜਾ ਇਸ ਵਕਤ ਕੀ ਹੋ ਰਿਹਾ ਵਾ ਕਿ ਓਵਰ ਅ ਪੀਰੀਅਡ ਆਫ ਟਾਈਮ ਜਿੱਦਾਂ ਮਹਿੰਗਾਈ ਵਧੀ ਦੇਸ਼ ਦੇ ਵਿੱਚ, ਉਸ ਹਿਸਾਬ ਦੇ ਨਾਲ ਫਸਲਾਂ ਦੇ ਭਾਅ ਨਹੀਂ ਤੈਅ ਕੀਤੇ ਗਏ। ਇਨਫਲੇਸ਼ਨ ਦੇ ਕਰਕੇ ਪ੍ਰਾਈਸ ਇੰਡੈਕਸ ਦੇ ਨਾਲ ਕਿਸੇ ਫਸਲ ਦਾ ਭਾਅ ਤੈਅ ਕਰਨ ਲੱਗਿਆ ਜੋੜਿਆ ਨਹੀਂ ਗਿਆ, ਜਿਹਦੇ ਕਰਕੇ ਸਾਰੇ ਦੇਸ਼ ਦਾ ਮੈਂ ਜ਼ਿਕਰ ਕੀਤਾ ਤੁਹਾਨੂੰ ਪਹਿਲਾਂ ਕਿ ਬਹੁਤ ਵੱਡੇ ਪੱਧਰ 'ਤੇ ਕਰਜ਼ਾ ਚੜਿਆ। ਉਹ ਕਰਜ਼ਾ ਥੋੜ੍ਹਾ ਕਰਜ਼ਾ ਵਾ। ਛੋਟੇ ਅਤੇ ਦਰਮਿਆਨੇ ਕਿਸਾਨ ਦਾ 2 ਲੱਖ ਰੁਪਈਆ, 3 ਲੱਖ ਰੁਪਈਆ, 4 ਲੱਖ ਰੁਪਈਆ, 10 ਲੱਖ ਰੁਪਈਆ, ਜਿਹਦੇ ਕਰਕੇ ਜਦੋਂ ਨਹੀਂ ਦੇ ਸਕਦੇ ਬੈਂਕਾਂ ਵਾਲੇ ਤੇ ਸਰਕਾਰ ਪ੍ਰੈਸ਼ਰ ਪਾਉਂਦੀ ਹੈ, ਉਹ ਆਤਮ ਹੱਤਿਆ ਕਰਦੇ ਨੇ। ਜਦ ਕਿ ਇਹਦੇ ਮੁਕਾਬਲੇ 'ਤੇ ਪਿਛਲੇ ਪਾਰਲੀਮੈਂਟ ਸੈਸ਼ਨ ਵਿੱਚ ਰਾਜ ਸਭਾ ਗਵਰਨਮੈਂਟ ਨੇ ਡਿਸਕਲੋਜ਼ ਕੀਤਾ ਟੂ ਅ ਮੈਂਬਰ, ਉਹਨੂੰ ਡਿਸਕਲੋਜ਼ ਕੀਤਾ ਉਹਨਾਂ ਨੇ ਕਿ ਪਿਛਲੇ 5 ਸਾਲਾਂ 'ਚ ਬੀਜੇਪੀ ਦੀ ਸਰਕਾਰ ਨੇ 10 ਲੱਖ ਕਰੋੜ ਰੁਪਈਆ ਜਿਹੜਾ ਅਸੀਂ ਕਾਰਪੋਰੇਟ ਘਰਾਣਿਆਂ ਦਾ ਮਾਫ ਕੀਤਾ ਇਸ ਦੇਸ਼ ਵਿੱਚ ਪਿਛਲੇ 5 ਸਾਲਾਂ 'ਚ 10 ਲੱਖ ਕਰੋੜ ਰੁਪਈਆ। ਔਰ ਇਹ ਕਰਜ਼ਾ ਹੈਗਾ ਅਡਾਨੀਆਂ ਦਾ, ਅੰਬਾਨੀਆਂ ਦਾ, ਟਾਟਿਆਂ ਦਾ, ਬਿਰਲਿਆਂ ਦਾ, ਇੱਕ ਪਰਿਵਾਰ ਦਾ
एक एक कॉरपोरेट का करजा कई बारी 4-4 5-5 हज़ार करोड़ रुपया माफ़ होया वा, जद कि किसानां दे करोड़ां परिवार ने। जे आपां पंजाब की गल कर लीए तो 11 लाख फैमिलीज़ आर इनटू एग्रीकल्चर, 11 लाख परिवार पंजाब दे विच खेती करते, उन्हां दा 1 लाख करोड़ रुपया करजा वा, लेकिन इनू कदी किसी ने माफ़ नहीं किया। करजा अगर कॉरपोरेट का माफ़ हो सकता तो फिर किसानां दा ते खेत मजदूरां दा, और खेत मजदूरां दा इतों भी बहुत घट आ। 25,000 रुपया 50,000 रुपया गरीबां दा जिहड़े एग्रीकल्चर सैक्टर नाल जुड़े हुए ने उन्हां दा जिहड़ा करजा है उहदी माफ़ी की गल असीं इस 9 तरीक के प्रदर्शन विच करन जा रहे हैं। नाल ही बहुत इंपॉर्टेंट गल है कि जिहड़ा रेट ऑफ इंटरस्ट है बैंकों का एग्रीकल्चर सैक्टर च वो अनवायबल है। इन्ना किसान उहदे कोल आमदन ही नहीं की कि वो 10-11% ब्याज भर सके। उही ब्याज लग रहा वा अडानियां ते अंबानियां नूं, उही ब्याज लग रहा एक 1.5 किले के गरीब किसान के उत्ते। सारी दुनिया जिहड़े विकसित मुल्क ने अमेरिका यूरोप समेत हर जगह के उत्ते जिहड़ा एग्रीकल्चर नूं सबसिडाइज किया रेट ऑफ इंटरस्ट उत्थे अमेरिका में 2.5% है, सिर्फ 2.5%, साडा 11% है। असीं चाहुंदे हां कि रेट ऑफ इंटरस्ट पहले झटके विच 50% रेट ऑफ इंटरस्ट घटाया जाए बैंकों का एग्रीकल्चर सैक्टर ट्रैक्टर लैण वास्ते, इंपलीमेंट लैण वास्ते, खादां लैण वास्ते, बीज लैण वास्ते, दवाइयां लैण वास्ते। ये रेट ऑफ इंटरस्ट जिहड़ा वा 4 ਤੋਂ 5% तो ज़्यादा एग्रीकल्चर सैक्टर वास्ते नहीं होएगा। और ये गल्लां जिहड़ियां मैं कर रहा ये राहुल जी नाल अते कांग्रेस हाईकमान नाल डिस्कस करके 2024 के मैनीफेस्टो विच पवाउण दा उपराला साडी जथेबंदी जिहड़ी करेगी। इलैक्ट्रिसिटी अमेंडमेंट बिल जिहदे नाल जिन्ने भी रेगूलेटर्स ने सूबिਆਂ ਦੇ ਵਿੱਚ ਉਹ केंद्र सरकार ने सारा अधिकार अपने को खोलिया वा। साडे बिजली बोर्ड पहलां ही फेल हो चुके हैं, वो सारा जिहड़ा कॉरपोरेट प्राइवेट सैक्टर में देण नूं फिरदे ने। हालांकि पंजाब वर्गी स्टेट में एक नवा पैसा डिस्ट्रीब्यूशन एंड जिहड़ी उहदी हैगी आ बिजली का नैटवर्क विछाउण विच किसी प्राइवेट कंपनी का एक नवा पैसा रोल नहीं गा। सारा पंजाब सरकार ने अपने हत्थी कीता वा, लाइनां बिछाइयां, बिजली पैदा की, बिजली ट्रांसपोर्ट की। लेकिन जिहड़ा इलैक्ट्रिसिटी अमेंडमेंट बिल जिहड़ा 2022 किया बीजेपी ने पास, वो अपने रेगूलेटर्स लाउणगे ते अपनी मर्जी दे नाल प्राइवेट सैक्टर के लोगों नूं साडे जिहड़े PSPSL वर्गे अदारे ने, PSPCL वर्गे, वो सारे प्राइवेट सैक्टर नूं हैंड ओवर कर देणगे। ये मसला भी जिहड़ा साडा उहदे विच होवेगा। लखीमपुर खेड़ी का कतल, 4 बंदियां नूं रौंदिया अजय मिश्रा मिनिस्टर ऑफ होम फॉर स्टेट बीजेपी दे गवर्नमेंट ऑफ इंडिया दे ਉਹਦੇ बेटे ने जिहड़ा मारिया उसनूं उन्हां दे खिलाफ बीजेपी ने कोई कार्रवाई नहीं की। उस होम मिनिस्टर नूं अजय मिश्रा नूं गवर्नमेंट अपनी कैबिनेट विचों बाहर कढे और जिहड़े 4 आदमी किसानां समेत एक जर्नलिस्ट सीगा मीडिया पर्सन मारिया गया सी, रौंद दिता जीप दे थल्ले, उन्हां नूं इंसाफ ते ढुकवां मुआवजा लेना भी साडे इस गल दा होवेगा। क्रॉप इंश्योरेंस, मैं अज पिछले दिनी छत्तीसगढ़, मध्य प्रदेश, उड़ीसा, केरला, तमिलनाडु सारिया स्टेट्स कह जाके आया। जिहड़ा प्राइम मिनिस्टर बीमा योजना चल रही है सारी फ्रॉड आ, सारे विच बहुत वड्डे पद्धर ते घपला हो रहा वा, किसान तक कोई उहदा मुआवजा नहीं पहुँच रहा। अज पंजाब तुसीं ला लो आ जिहड़ा फसलां खराब होईयां, साडा कपाह खराब होई, झोना खराब होया बेमौसमी बारिश नाल, गुलाबी सुंडी नाल, चिट्टी सुंडी नाल, एक नवा पैसा मुआवजा सरकारां नहीं दे पा रही, ना किसी गवर्नमेंट ऑफ इंडिया ने क्रॉप इंश्योरेंस स्कीम नूं चंगी तरह लागू किया। दिस हैज़ टू बी रिवाइज्ड एंड कॉम्पनसेशन इंश्योरेंस should be paid of 100% loss or whatever is the quantum of loss, but it should be paid in time and it should be paid transparently and in a proper effective manner. इस तरह ही अगे असी पेंशन की गल कर रहे हैं। देखो सारे देश में जिहड़े मुलाजम ने 25 साल नौकरी करते हैं, उन्होंने अखीरली तनख्वाह का 50% पेंशन मिलता, ਲੱਖਾਂ रुपए पेंशन ले रहे हैं जिहड़े एम्पलॉइज़ ने, असीं उन्हां दे खिलाफ नहीं गे। पर जिहड़ा किसान ते खेत मजदूर उन्हें सारी जिंदगी देश लई काम कीता वा। सवेरे 5 वजे 4 वजे उठदा, जदों सारा देश AC छड्ड के सुत्ता हुंदा वा, वो गरीब आदमी उठ के अपने जमीनां विच अपणियां औरतां दे समेत काम करदे ने, उन्हां नूं कोई पेंशन नहीं गी। जिहड़ा किसान एक फैमिली यूनिट का एक किसान जदों 60 साल तो उत्ते उहदी उम्र हो जाए, साडी जथेबंदी प्रपोज करेगी, वो ऑफकोर्स नैगोशिएबल है कि 5,000 रुपया प्रति किसान ਅਤੇ 5,000 रुपया एक ਜਿਹੜਾ किसान का खेत मजदूर है उन्होंने लगातार हर महीने पेंशन दी जानी चाहिए है। ये भी एक बहुत इंपॉर्टेंट है। ਜਿਹੜੇ झूठे मुकदमे दर्ज होए किसानों ते 30-35 हज़ार वो बीजेपी सरकार ने हले तक वापस नहीं लिया, वो भी साढ़े इस एजेंडे ते होएगा।
ਔਰ ਜਿਹੜਾ ਕੰਪਨਸੇਸ਼ਨ ਮਿਲਣੀ ਸੀ ਜਿਹੜੇ ਲੋਕ ਮਾਰੇ ਗਏ ਨੇ ਉਹ ਬਹੁਤ ਡਿਲੇਡ ਹੈ, ਬਹੁਤ ਥੋੜੀ ਆ, ਔਰ ਉਸ ਕੰਪਨਸੇਸ਼ਨ ਨੂੰ ਪੂਰਾ ਇਫੈਕਟਿਵਲੀ ਦੇਵੇ ਸਰਕਾਰ। ਇੱਕ ਸਕੀਮ ਮੈਂ ਆਪਣੇ ਵੱਲੋਂ ਸੁਜੈਸਟ ਕਰੂੰਗਾ ਜਿਹੜੀ ਕਿ ਅਸੀਂ 24 ਦੇ ਮੈਨੀਫੈਸਟੋ 'ਚ ਪਾਉਣ ਦੀ ਪੂਰੀ ਕੋਸ਼ਿਸ਼ ਪਾਵਾਂਗੇ ਕਿ ਜਿਹੜਾ ਮਨਰੇਗਾ ਸਕੀਮ ਹੈ ਇਸ ਦੇਸ਼ ਵਿੱਚ ਲੇਬਰ ਦਾ ਜਿਹੜਾ, ਉਹਦੇ ਵਿੱਚ ਉਹ ਸਕੀਮ ਬੜੀ ਅੱਛੀ ਇੰਟਰੋਡਿਊਸ ਕੀਤੀ ਸੀ, ਲੇਕਿਨ ਜਦੋਂ ਜ਼ਮੀਨ ਤੇ ਜਾਂਦੀ ਕੋਈ ਵੀ ਸਕੀਮ ਉਹਦੇ 'ਚ ਘਪਲਾ ਬਹੁਤ ਹੋ ਰਿਹਾ ਵਾ। ਅਫਸਰ ਜਿਹੜੇ ਨੇ ਉਹ ਕਈਆਂ ਨਾਲ ਆਪਸ ਮਿਲੀ ਭੁਗਤ ਕਰਕੇ ਜੌਬ ਕਾਰਡ ਹੋਲਡਰਸ, ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਵੀ ਨਹੀਂ ਹੁੰਦਾ, ਉਹਨਾਂ ਦੇ ਕਾਰਡਾਂ ਦੇ ਉੱਤੇ ਬੇਤਹਾਸ਼ਾ ਪੈਸਾ ਅਫਸਰਸ਼ਾਹੀ ਜਿਹੜੀ ਆ ਉਹ ਥੱਲੇ ਜ਼ਮੀਨ ਤੇ ਖਾ ਰਹੀ ਹੈ। ਔਰ ਇਸੇ ਤਰ੍ਹਾਂ ਹੀ ਉਹਨਾਂ ਨੂੰ ਕੰਮ ਵੀ ਨਹੀਂ ਮਿਲਦਾ ਲਗਾਤਾਰ ਸਾਲ 100 ਡੇਜ਼ ਦੀ ਗਾਰੰਟੀ ਸੀਗੀ, 100 ਦਿਨ ਵੀ ਕੰਮ ਗਰੀਬਾਂ ਨੂੰ ਨਹੀਂ ਮਿਲਦਾ। ਮੇਰੀ ਪ੍ਰਪੋਜ਼ਲ ਇਹ ਆ, ਸਾਡੀ ਜਥੇਬੰਦੀ ਆਲ ਇੰਡੀਆ ਕਿਸਾਨ ਕਾਂਗਰਸ ਪ੍ਰਪੋਜ਼ ਕਰਦੀ ਆ ਕਿ ਮਨਰੇਗਾ ਨੂੰ ਫਾਰਮਿੰਗ ਸੈਕਟਰ ਨਾਲ ਕਨੈਕਟ ਕੀਤਾ ਜਾਵੇ ਤਾਂ ਕਿ ਮਜ਼ਦੂਰ ਨੂੰ ਸਾਰਾ ਸਾਲ ਕੰਮ ਮਿਲ ਸਕੇ, ਉਹ ਖੇਤਾਂ ਵਿੱਚ ਕੰਮ ਕਰੇ, ਉਸ ਦਾ ਪੇਮੈਂਟ ਜਿਹੜੀ ਮਨਰੇਗਾ ਦੇ ਵਿੱਚ ਹੋਵੇ ਤੇ ਕਿਸਾਨ ਨੂੰ ਫਾਇਦਾ ਹੋਊਗਾ ਕਿ ਉਹਨੂੰ ਸਬਸਿਡਾਈਜ਼ਡ ਲੇਬਰ ਮਿਲ ਜੂਗੀ। ਇਹ ਕੋਈ ਨਵੀਂ ਗੱਲ ਨਹੀਂ ਹੈ, ਸਾਰੀ ਦੁਨੀਆ ਦੇ ਵਿੱਚ ਸਬਸਿਡੀ ਕਿਸਾਨਾਂ ਨੂੰ ਬਹੁਤ ਵੱਡੇ ਪੱਧਰ ਤੇ ਦਿੱਤੀ ਜਾ ਰਹੀ। ਜਾਂ ਸਾਰੀ ਸਰਕਾਰ ਖਰਚਾ ਚੱਕੇ ਮਨਰੇਗਾ ਦਾ ਖੇਤਾਂ ਦੇ ਵਿੱਚ ਕੰਮ ਕਰਨ ਵਾਸਤੇ, ਜਾਂ ਇਟ ਕੈਨ ਬੀ ਵਰਕਡ ਆਊਟ ਕਿ ਅੱਧਾ ਖਰਚਾ ਲੇਬਰ ਦਾ ਉਹ ਜ਼ਿਮੀਂਦਾਰ ਦਊ, ਕਿਸਾਨ ਦੇਣਗੇ, ਤੇ ਅੱਧਾ ਜਿਹੜਾ ਖਰਚਾ ਵਾ ਉਹ ਮਨਰੇਗਾ ਦੀ ਸਕੀਮ ਦੇ ਤਹਿਤ, ਕਿਉਂਕਿ ਮਨਰੇਗਾ ਦਾ ਪੈਸਾ ਵੇਸਟ ਹੋ ਰਿਹਾ, ਉਹਨਾਂ ਛੱਪੜਾਂ ਤੇ ਦੁਬਾਰਾ ਉਹਨਾਂ ਸੜਕ ਦੇ ਕੰਢਿਆਂ ਦੇ ਉੱਤੇ ਦੁਬਾਰਾ ਘਾਹ ਖੋਦਣ ਤੇ ਭੇਜਿਆ ਜਾਂਦਾ ਜਿਹਦੀ ਕੋਈ ਪ੍ਰੋਡਕਸ਼ਨ ਨਹੀਂ ਗੀ, ਜਿਹਦੀ ਪ੍ਰੋਡਕਟਿਵਿਟੀ ਕੋਈ ਨਹੀਂ ਗੀ। ਵੇਅਰਐਜ਼ ਜਦੋਂ ਫਾਰਮਿੰਗ ਵਿੱਚ ਜਾਣਗੇ ਦੇ ਵਿਲ ਬੀ ਪ੍ਰੋਡਿਊਸਿੰਗ ਕ੍ਰੌਪਸ ਲਾਈਕ ਵੀਟ, ਪੈਡੀ, ਸ਼ੂਗਰ ਕੇਨ, ਪੋਟੇਟੋਜ਼, ਵੈਜੀਟੇਬਲਸ, ਹਾਰਟੀਕਲਚਰ, ਸਾਰਾ ਸਾਲ ਉਹਨਾਂ ਨੂੰ ਕੰਮ ਮਿਲੇਗਾ ਔਰ ਮਨਰੇਗਾ ਇੱਕ ਸੁਪਰ ਹਿੱਟ ਸਕੀਮ ਜਿਹੜੀ ਉਹ ਮੰਨੀ ਜਾਵੇਗੀ। ਔਰ ਇੱਕ ਲਾਸਟ ਵਿੱਚ ਜਿਹੜੀ ਗੱਲ ਆ ਕਿ ਜਿਹੜੇ ਸਾਈਲੋਜ਼ ਨੇ ਸਾਰੇ ਦੇਸ਼ ਵਿੱਚ ਸਟੋਰੇਜ ਕੈਪੈਸਿਟੀ ਬਣਾ ਰਹੀ ਆ, ਖਾਸ ਤੌਰ ਤੇ ਕਣਕ ਦੇ ਤੁਸੀਂ ਦੇਖਿਆ ਜਿੱਦਾਂ ਮੋਗੇ ਦੇ ਲਾਗੇ ਅਡਾਨੀਆਂ ਦਾ ਸਾਈਲੋ ਬਣਿਆ ਹੋਇਆ ਬਹੁਤ ਵੱਡਾ। ਇਹ ਜਿਹੜੇ ਸਾਈਲੋਜ਼ ਨੇ ਇਹ ਐਗਰੀਕਲਚਰ ਨਾਲ ਕਨੈਕਟਡ ਹੀ ਨੇ, ਸਟੋਰੇਜ ਵੀਟ ਦੀ ਕਰਨੀ ਆ, ਜ਼ਮੀਨ ਕਿਸਾਨ ਦੀ ਖੋਣੀ ਆ, ਤੇ ਦਿੱਤੇ ਗਏ ਨੂੰ ਸਾਰੇ ਸਾਈਲੋਜ਼ ਆਮਦਨ ਜਾਵੇਗੀ ਕਾਰਪੋਰੇਟ ਘਰਾਣਿਆਂ ਨੂੰ, ਅਡਾਨੀ ਵਰਗਿਆਂ ਨੂੰ। ਵੀ ਵਿਲ ਸਟਰੋਂਗਲੀ ਅਪੋਜ਼ ਦਿਸ। ਵੀ ਵਾਂਟ ਕਿ ਇਹਦੀ ਕੋਆਪਰੇਟਿਵ ਸੁਸਾਇਟੀਆਂ ਬਣਾਈਆਂ ਜਾਣ। ਫਰਜ਼ ਕਰੋ ਮੋਗੇ ਦੇ ਵਿੱਚ ਸਾਈਲੋ ਬਣਾਉਣਾ ਵਾ, ਉਹਦੇ ਜਿਹੜੇ ਜਿੰਨੇ ਕਿਸਾਨ ਤੁਸੀਂ ਅਪਰੂਵ ਕਰ ਰਹੇ ਹੋ ਉਹ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਹੋਣ, ਯਾਨੀ ਕਿ ਮਾਲਕ ਹੋਣਗੇ। ਔਰ ਇੱਦਾਂ ਹੀ ਉਸ ਇਲਾਕੇ ਦਾ ਟੋਟਲ ਜਿਹੜਾ ਕਿਸਾਨ ਆ ਉਹਦੀ ਨਫਰੀ ਏਰੀਆ ਕੈਨ ਬੀ ਡਿਫਾਈਨਡ 10,000 20,000 ਫੈਮਲੀਜ਼। ਉਹ ਜਿਹੜੀ ਸਾਈਲੋਜ਼ ਤੋਂ ਆਮਦਨ ਆਵੇਗੀ ਕਿਰਾਏ ਦੀ, ਉਹਨਾਂ ਕਿਸਾਨਾਂ ਦੇ ਦਰਮਿਆਨ ਉਹ ਵੰਡੀ ਜਾ, ਉਹਨਾਂ ਨੂੰ ਮਾਲਕ ਬਣਾਇਆ ਜਾਵੇ। ਕਿਉਂਕਿ ਜਿਹੜੇ ਅੰਬਾਨੀ ਅਡਾਨੀ ਵੀ ਸਾਈਲੋ ਬਣਾਉਣਗੇ ਉਹ ਬੈਂਕਾਂ ਦਾ ਕਰਜ਼ਾ ਲੈ ਕੇ ਚੱਕ ਕੇ ਬਣਾਉਂਦੇ ਨੇ। ਗਵਰਨਮੈਂਟ ਸ਼ੁੱਡ ਫੈਸਿਲਿਟੇਟ ਕਿ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਬਣਾਈਆਂ ਜਾਣ ਰਜਿਸਟਰ, ਗਵਰਨਮੈਂਟ ਉਹਨਾਂ ਨੂੰ ਸੌਫਟ ਲੋਨ ਲੈ ਕੇ ਦੇਵੇ ਬੈਂਕਾਂ ਤੋਂ। ਸਾਈਲੋਜ਼ ਬਣਾਉਣ ਵਿੱਚ ਗਵਰਨਮੈਂਟ ਉਹਨਾਂ ਦੀ ਮਦਦ ਕਰੇ, ਬਣਾ ਕੇ ਇਹਨਾਂ ਕਿਸਾਨਾਂ ਨੂੰ ਤੇ ਸੁਸਾਇਟੀਆਂ ਨੂੰ ਮਾਲਕ ਬਣਾ ਕੇ ਉਹਨਾਂ ਨੂੰ ਉਹਦੀ ਆਮਦਨ ਜਿਹੜੀ ਆ ਉਹ ਦਿੱਤੀ ਜਾਵੇ। ਕਿਸੇ ਵੇਲੇ ਕਿਹਾ ਗਿਆ ਸੀਗਾ ਉੱਤਮ ਖੇਤੀ, ਮੱਧ ਵਪਾਰ, ਨਿਖਿੱਧ ਨੌਕਰੀ। ਅੱਜ ਸਾਡੇ ਦੇਸ਼ ਵਿੱਚ ਉਲਟਾ ਕੰਮ ਹੋ ਗਿਆ। ਸਭ ਤੋਂ ਵਧੀਆ ਬਣਾਤਾ ਵਪਾਰ ਤੇ ਨੌਕਰੀ, ਤੇ ਜਿਹੜਾ ਜ਼ਿਮੀਂਦਾਰ ਕਿਸਾਨ ਤੇ ਖੇਤ ਮਜ਼ਦੂਰ ਆ ਉਹ ਭੁੱਖਾ ਮਰ ਰਿਹਾ ਵਾ, ਉਹਨੂੰ ਸਭ ਤੋਂ ਥੱਲੇ ਲਿਆ। ਔਰ ਸਭ ਤੋਂ ਅੱਛਾ, ਸਭ ਤੋਂ ਸਾਫ਼, ਸਭ ਤੋਂ ਇੱਕ ਇਮਾਨਦਾਰੀ ਦਾ ਆ 10 ਨਹੁੰ ਦੀ ਕਿਰਤ ਵਾਲਾ ਕੰਮ ਹੈ ਖੇਤੀ ਕਰਨਾ, ਮਿਹਨਤ ਕਰਨਾ। ਬਾਕੀ ਸਾਰੇ ਧੰਦਿਆਂ ਵਿੱਚ ਕਿਤੇ ਟੈਕਸ ਦੀ ਚੋਰੀ ਆ, ਕਿਤੇ ਰਿਸ਼ਵਤਖੋਰੀ ਆ। ਸਿਰਫ ਕਿਸਾਨ ਤੇ ਖੇਤ ਮਜ਼ਦੂਰ ਆ ਜਿਹੜਾ ਆਪਣੀ ਰੋਟੀ ਇਮਾਨਦਾਰੀ ਨਾਲ ਕਰਦਾ। ਸੋ ਇਸ ਕਰਕੇ ਗਵਰਨਮੈਂਟ ਆਫ ਇੰਡੀਆ ਨੂੰ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਮਸਲੇ ਸਰਕਾਰ ਦੇ, ਕੇਂਦਰ ਸਰਕਾਰ ਦੇ ਏਜੰਡੇ ਤੇ ਲਿਆਉਣਾ ਸਾਡੇ ਜਥੇਬੰਦੀ ਦਾ ਕੰਮ ਹੈ। ਤੇ ਇਸ ਕਰਕੇ ਅਸੀਂ 9 ਦਸੰਬਰ ਨੂੰ ਚਲੋ ਦਿੱਲੀ ਦਾ ਨਾਅਰਾ ਦਿੱਤਾ ਵਾ। ਅਸੀਂ ਬਹੁਤ ਵੱਡਾ ਇਕੱਠ ਕਰਾਂਗੇ ਜੰਤਰ ਮੰਤਰ ਤੇ, ਔਰ ਦਿੱਲੀ ਦੀ ਸਰਕਾਰ ਨੂੰ ਮਜਬੂਰ ਵੀ ਕਰਾਂਗੇ ਕਿ ਉਹ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ, ਤੇ ਨਾਲ 2024 ਵਿੱਚ ਜਿਹੜਾ ਕਾਂਗਰਸ ਆਪਣਾ ਮੈਨੀਫੈਸਟੋ ਬਣਾਵੇਗੀ ਉਹਦੇ ਵਿੱਚ ਇਹ ਸਾਰੀਆਂ ਜਿਹੜੀਆਂ ਮੈਂ ਇਸ਼ੂਜ਼ ਆਊਟਲਾਈਨ ਕੀਤੇ ਨੇ, ਪਲੱਸ ਹੋਰ ਇੰਪੋਰਟੈਂਟ ਇਸ਼ੂਜ਼ ਜਿਹੜੇ ਨੇ ਉਹ ਐਗਰੀਕਲਚਰ ਸੈਕਟਰ ਦੇ, ਉਹਨਾਂ ਨੂੰ ਇਨਕਲੂਡ ਕੀਤਾ ਜਾਵੇਗਾ। ਇਸ ਮਕਸਦ ਨਾਲ ਤੁਹਾਨੂੰ ਸਾਰਿਆਂ ਨੂੰ ਅੱਜ ਦੱਸਿਆ ਸੀਗਾ। ਸੋ ਮੇਰੀ ਸਾਰੇ ਜਿਹੜੇ ਤੁਹਾਡੇ ਜ਼ਰੀਏ ਸੁਣ ਰਹੇ ਨੇ, ਜਿੱਥੇ ਵੀ ਬੈਠਾ ਕੋਈ ਕਿਸਾਨੀ ਨਾਲ ਕਨੈਕਟਡ ਆ, ਸਭ ਨੂੰ ਅਪੀਲ ਆ ਕਿ ਸਾਡੇ ਇਸ ਧਰਨੇ ਵਿੱਚ ਸ਼ਾਮਲ ਹੋਵੋ। ਖੁੱਲ੍ਹਾ ਸੱਦਾ ਵਾ, ਹਾਲਾਂਕਿ ਹੈ ਆਲ ਇੰਡੀਆ ਕਿਸਾਨ ਕਾਂਗਰਸ ਵੱਲੋਂ ਆ, ਪਰ ਇਹ ਖੁੱਲ੍ਹਾ ਸੱਦਾ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਇਸ ਧਰਨੇ ਵਿੱਚ ਆਣ ਕੇ ਸ਼ਮੂਲੀਅਤ ਕਰਕੇ ਕਿਸਾਨੀ ਮੂਵਮੈਂਟ ਨੂੰ ਕਾਮਯਾਬ ਕਰੋ, ਤਾਂ ਕਿ ਕਿਸਾਨਾਂ ਦਾ ਜਿਹੜਾ ਹੈ ਉਹ ਆਉਣ ਵਾਲੇ ਸਮੇਂ 'ਚ ਤੇ ਖੇਤ ਮਜ਼ਦੂਰਾਂ ਦਾ ਭਲਾ ਹੋ ਸਕੇ। ਤੁਹਾਡਾ ਸਾਰਿਆਂ ਦਾ ਇੱਥੇ ਆਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ।